ਕਨੈਕਟ FM ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਦੇ ਤੁਹਾਡੇ ਕਮੈਂਟਸ ਆ ਰਹੇ ਨੇ, ਜਿਸ ਤਰ੍ਹਾਂ ਦੇ ਤੁਹਾਡੇ ਰਿਸਪੌਂਸਿਸ ਆ ਰਹੇ ਨੇ, ਉਹ ਵਾਕਈ ਸਾਨੂੰ ਬਹੁਤ ਹੌਸਲਾ ਦਿੰਦੇ ਨੇ ਔਰ ਸਾਡਾ ਉਤਸ਼ਾਹ ਬੜਾ ਵੱਧਦਾ। ਉਤਸ਼ਾਹ ਇਸ ਕਰਕੇ ਵੱਧਦਾ ਕਿ ਅਸੀਂ ਕੋਸ਼ਿਸ਼ ਹੋਰ ਕਰਨ ਲੱਗ ਜਾਂਦੇ ਹਾਂ ਕਿ ਤੁਹਾਡੇ ਤੱਕ ਜਿਹੜੀ ਜਾਣਕਾਰੀ ਅਸੀਂ ਮੁਹੱਈਆ ਕਰਵਾਈਏ ਉਹ ਬਾਕੀ ਕਿਸੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜੋ ਨਹੀਂ ਦੇ ਰਹੇ ਮੇਨ ਸਟ੍ਰੀਮ ਮੀਡੀਆ, ਉਹ ਸਾਰੀ ਜਾਂਚ ਪੜਤਾਲ ਕਰਕੇ ਤੁਹਾਡੇ ਤੱਕ ਪਹੁੰਚਦੀ ਕਰੀਏ ਤਾਂ ਕਿ ਤੁਹਾਨੂੰ ਹੋਰ ਅਸੀਂ ਇੱਕ ਤਰ੍ਹਾਂ ਦਾ ਐਜੂਕੇਟ, ਇਨਲਾਈਟਨ ਜਾਂ ਹੋਰ ਇੰਪਾਵਰ ਕਰੀਏ। ਖੈਰ, ਸਿਆਸਤਦਾਨ ਹੋਣ, ਪੋਲੀਟੀਸ਼ੀਅਨਸ ਹੋਣ, ਸੂਬਾ ਸਰਕਾਰਾਂ ਹੋਣ ਤੇ ਜਾਂ ਹੋਣ ਕੇਂਦਰ ਸਰਕਾਰਾਂ, ਇਹਨਾਂ ਦੇ ਵਿੱਚ ਕਹਿਣੀ ਤੇ ਕਥਨੀ ਦੇ ਵਿੱਚ ਇੰਨਾ ਫਰਕ ਕਿਉਂ ਹੁੰਦਾ? ਦੋ ਤਾਜ਼ਾ ਤੁਹਾਨੂੰ ਉਦਾਹਰਨਾਂ ਦਿੰਨਾ। ਕੁਲਦੀਪ ਸਿੰਘ ਧਾਲੀਵਾਲ ਨੇ, ਇਹ ਪੰਜਾਬ ਦੇ ਮੰਤਰੀ ਨੇ, ਪੇਂਡੂ ਵਿਕਾਸ ਤੇ ਪੰਚਾਇਤੀ ਮੰਤਰੀ, ਪਰ ਇਹਨਾਂ ਕੋਲ ਇੱਕ ਹੋਰ ਮਹਿਕਮਾ ਨਾਨ ਰੈਜ਼ੀਡੈਂਟ ਇੰਡੀਅਨਸ ਦਾ, NRIs ਦਾ ਮਹਿਕਮਾ ਕਹਿ ਦਿੰਦੇ ਆ। ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਮੈਂਟ ਜਾਰੀ ਕੀਤੀ, ਬਲਕਿ ਕੁਝ ਰਿਪੋਰਟਰਸ ਦੇ ਨਾਲ ਗੱਲ ਕਰ ਰਹੇ ਸੀ। ਕਹਿੰਦੇ ਆਇਲਸ, ਜਿਹਨੂੰ ਅਸੀਂ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਕਹਿ ਦਿੰਦੇ ਆ, ਕਹਿੰਦੇ ਇਸ ਦਾ ਅਸੀਂ ਕਰਿਕੂਲਮ ਇੰਟਰੋਡਿਊਸ ਕਰਾਂਗੇ, ਇਸ ਨੂੰ ਸਿਲੇਬਸ ਦੇ ਵਿੱਚ ਲੈ ਕੇ ਆਵਾਂਗੇ ਸਕੂਲਾਂ ਦੇ ਵਿੱਚ, ਤਾਂ ਕਿ ਜਿਹੜੇ ਸਟੂਡੈਂਟਸ ਜਾਂ ਜਿਹੜੇ ਵੀ ਉਹ ਵਿਅਕਤੀ ਜੋ ਇੱਛੁਕ ਨੇ ਬਾਹਰ ਜਾਣ ਦੇ, ਉਹਨਾਂ ਦੀ ਲੁੱਟ ਖਸੁੱਟ ਬੰਦ ਹੋ ਸਕੇ। ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਆਇਲਸ ਦੇ ਨਾਂ 'ਤੇ, ਉਹ ਬੰਦ ਹੋ ਸਕਣ। ਤੇ ਫਿਰ ਗੱਲ ਇਹ ਹੁੰਦੀ ਆ ਕਿ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਨੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹ ਤਾਂ ਬਿਲਕੁਲ ਵੱਖਰੀ ਗੱਲ ਕਰ ਰਹੇ ਨੇ। ਉਹ ਤਾਂ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਬਲਕਿ ਜਿਹੜੇ ਗਏ ਹੋਏ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਇੱਥੇ ਆ ਕੇ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਨੇ, ਰਿਵਰਸ ਮਾਈਗ੍ਰੇਸ਼ਨ ਕਰਨੀ ਹੈ। ਇਸੇ ਤਰ੍ਹਾਂ ਦੀ ਕੰਟਰਾਡਿਕਸ਼ਨ ਤੁਹਾਨੂੰ ਕੱਲ੍ਹ ਜਦੋਂ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ ਸੀ ਦਿੱਲੀ ਦੇ ਵਿੱਚ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਰ ਰਹੇ ਸੀ ਪੂਰੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ, ਤੇ ਇਸ ਦੇ ਨਾਲ ਵੀ ਆਪੋਜੀਸ਼ਨ ਪਾਰਟੀਆਂ, ਵਿਰੋਧੀ ਪਾਰਟੀਆਂ ਉਸ ਫੰਕਸ਼ਨ ਦਾ, ਉਸ ਉਦਘਾਟਨ ਦਾ ਬਾਈਕਾਟ ਕਰ ਰਹੀਆਂ ਸੀ। ਐਨ ਉਸੇ ਮੌਕੇ ਲੋਕਤੰਤਰ ਦੀ ਹੱਤਿਆ ਹੋ ਰਹੀ ਸੀ ਦਿੱਲੀ ਦੀਆਂ ਹੀ ਸੜਕਾਂ ਤੇ, ਦਿੱਲੀ ਪੁਲਿਸ ਵੱਲੋਂ। ਤੇ ਜਿਹੜੀਆਂ ਕੁੜੀਆਂ ਦਿੱਲੀ ਬੈਠੀਆਂ ਸੀ, ਪਹਿਲਵਾਨ ਕੁੜੀਆਂ ਜਾਂ ਜਿਨ੍ਹਾਂ ਨੂੰ ਰੈਸਲਰਸ ਕਹਿੰਦੇ ਆ, ਉਹਨਾਂ ਦੀ ਜਿਸ ਤਰ੍ਹਾਂ ਬੇਰਹਿਮੀ ਦੇ ਨਾਲ ਕੁੱਟਮਾਰ ਹੋ ਰਹੀ ਸੀ, ਉਹਨਾਂ ਨੂੰ ਘੜੀਸਿਆ ਜਾ ਰਿਹਾ ਸੀ, ਧੱਕਾਸ਼ਾਹੀ ਉਹਨਾਂ ਨਾਲ ਹੋਈ ਸੀ। ਇਹ ਸਾਰਾ ਕੁਝ ਕੱਲ੍ਹ ਤੁਸੀਂ ਦੇਖਿਆ ਹੋਣਾ, ਤੇ ਆਪਸ ਦੇ ਵਿੱਚ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਲੋਕਤੰਤਰ ਦੇ ਮੰਦਿਰ ਦੀ ਇੱਕ ਤਰ੍ਹਾਂ ਉਦਘਾਟਨ ਹੋ ਰਿਹਾ ਸੀ ਕਿ ਲੋਕਤੰਤਰ ਦੀ ਹੱਤਿਆ ਹੋ ਰਹੀ ਸੀ। ਸ਼ੁਭਦੀਪ ਸਿੰਘ ਸਿੱਧੂ, 29 ਵਰ੍ਹਿਆਂ ਦਾ ਉਹ ਮੁੰਡਾ ਜਿਹੜਾ ਪੂਰੇ 1 ਸਾਲ ਪਹਿਲਾਂ ਜਿਹਦਾ ਕਤਲ ਹੋ ਗਿਆ ਸੀ, ਅੱਜ ਦੇ ਦਿਨ 29 ਮਈ ਨੂੰ ਸੰਨ 2022 ਦੇ ਵਿੱਚ ਸ਼ਾਮ ਨੂੰ ਕੋਈ 5:30 ਵਜੇ, ਅੱਜ ਵੀ ਉਸ ਦਾ ਪਰਿਵਾਰ, ਉਸ ਦੇ ਪਿਤਾ ਬਲਕੌਰ ਸਿੰਘ ਤੇ ਉਹਦੀ ਮਾਤਾ ਚਰਨ ਕੌਰ ਇਨਸਾਫ ਲਈ ਭਟਕ ਰਹੇ ਨੇ। ਪਰ ਨਾਲ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਿਹੜੀ ਜਾਂਚ ਏਜੰਸੀ ਆ ਪੰਜਾਬ ਪੁਲਿਸ, ਉਸ ਦੀ ਜਾਂਚ ਕਰ ਰਹੀ ਹੈ, ਇਨਵੈਸਟੀਗੇਸ਼ਨ ਕਰ ਰਹੀ ਹੈ, ਇਹ ਕਿਸੇ ਨਤੀਜੇ ਤੱਕ ਕਿਉਂ ਨਹੀਂ ਪਹੁੰਚ ਪਾ ਰਹੀ? ਗੱਲਾਂ ਇਹ ਵੀ ਨਿਕਲ ਕੇ ਆ ਰਹੀਆਂ ਨੇ ਕਿ ਜਿਹੜਾ ਇੱਕ ਪੇਸ਼ੇਵਰ ਤਰੀਕਾ ਹੁੰਦਾ ਸੀ ਪੰਜਾਬ ਪੁਲਿਸ ਦੇ ਕੰਮ ਕਰਨ ਦਾ, ਕਹਿੰਦੇ ਉਹ ਪੰਜਾਬ ਪੁਲਿਸ ਦੇ ਅਫਸਰ ਕਿਤੇ ਗਵਾ ਬੈਠੇ ਨੇ। ਦਰਅਸਲ ਜਾਂ ਤਾਂ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਕੋਈ ਪ੍ਰਾਈਮ ਪੋਸਟਿੰਗਸ ਲੈ ਲਈਏ, ਕਿਤੇ ਵਧੀਆ ਆਪਣੀਆਂ ਅਪਾਇੰਟਮੈਂਟਸ ਕਰਵਾ ਲਈਏ, ਤੇ ਜਾਂ ਇਹਨਾਂ 'ਚੋਂ ਬਹੁਤ ਸਾਰੇ ਪੁਲਿਸ ਆਫਿਸਰ ਪ੍ਰੋਪਰਟੀ ਡੀਲਰ ਬਣ ਗਏ ਨੇ। ਉਹ ਤਾਂ ਕਹਿੰਦੇ ਤੁਸੀਂ ਜਾਓਗੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ, ਜਿਹੜੇ ਬਣੇ ਹੋਏ ਨੇ, ਉਹ ਤਾਂ ਕਹਿੰਦੇ ਸਾਰਾ ਦਿਨ ਪ੍ਰੋਪਰਟੀ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਨੇ। ਤੇ ਇਹੀ ਕਾਰਨ ਆ ਕੋਈ ਵੀ ਜਿਹੜੀ ਇੰਪੋਰਟੈਂਟ ਆ, ਜਿਹੜੀ ਅਹਿਮ ਜਾਂਚ ਆ, ਉਹ ਨਤੀਜੇ ਤੱਕ ਪਹੁੰਚਦੀ ਨਹੀਂ। ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਆਇਲਸ ਕਹਿ ਦਿੰਦੇ ਆ, ਕੋਈ ਆਇਲਟਸ ਵੀ ਕਹਿ ਦਿੰਦਾ, ਕੋਈ ਗੱਲ ਨਹੀਂ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੀ ਗੱਲ ਆਪਾਂ ਕਰਨੀ ਆ ਉਹ ਬਹੁਤ ਅਹਿਮ ਆ, ਕਿਉਂਕਿ ਜਦੋਂ ਕੁਲਦੀਪ ਸਿੰਘ ਧਾਲੀਵਾਲ ਇਸ ਤਰ੍ਹਾਂ ਦੇ ਤਰਕ ਦਿੰਦੇ ਨੇ ਕਿ ਜੇ ਡਾਕਟਰਸ ਕਾਲਜਸ ਤੇ ਯੂਨੀਵਰਸਿਟੀਜ਼ ਪ੍ਰੋਡਿਊਸ ਕਰ ਸਕਦੇ ਨੇ, ਜੇ ਇੰਜੀਨੀਅਰਸ ਬਣਾ ਸਕਦੇ ਨੇ, ਐਡਵੋਕੇਟਸ ਬਣਾ ਸਕਦੇ ਨੇ, ਕਹਿੰਦੇ ਫਿਰ ਬੱਚੇ ਕਿਉਂ ਨਹੀਂ ਬਾਹਰ ਭੇਜੇ ਜਾ ਸਕਦੇ? ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ ਆਇਲਸ ਦੇ ਨਾਂ 'ਤੇ, ਕਹਿੰਦੇ ਬਹੁਤ ਲੁੱਟ ਖਸੁੱਟ ਕਰ ਰਹੀਆਂ ਨੇ, ਬਹੁਤ ਪੈਸੇ ਲੈਂਦੀਆਂ ਨੇ। ਇਸ ਕਰਕੇ ਇਸ ਨੂੰ ਬਤੌਰ ਕਰਿਕੂਲਮ ਦੇ ਤੌਰ 'ਤੇ ਸਕੂਲਸ ਦੇ ਵਿੱਚ ਇੰਟਰੋਡਿਊਸ ਕਰ ਦਿਓ। ਪਹਿਲੀ ਗੱਲ ਤਾਂ ਕੁਲਦੀਪ ਸਿੰਘ ਧਾਲੀਵਾਲ ਨੂੰ ਮੈਂ ਇਹ ਦੱਸਦਾ ਕਿ ਇਹ ਕੋਈ ਕੋਰਸ ਨਹੀਂ ਹੈ, ਇਹ ਕੇਵਲ ਟੈਸਟ ਆ ਇੱਕ ਲੈਂਗੁਏਜ ਦਾ, ਇੱਕ ਭਾਸ਼ਾ ਦਾ, ਕਿ ਤੁਹਾਨੂੰ ਭਾਸ਼ਾ ਬੋਲਣੀ ਆਉਂਦੀ ਹੈ, ਲਿਖਣੀ ਆਉਂਦੀ ਹੈ, ਸਮਝਣੀ ਆਉਂਦੀ ਹੈ, ਜਾਂ ਤੁਸੀਂ ਇਸ ਭਾਸ਼ਾ ਦੇ ਵਿੱਚ ਜਿਹੜੇ ਵੀ ਮੁਲਕ ਦੇ ਵਿੱਚ ਜਾਣਾ
ਉੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਲ ਇੰਟਰੈਕਟ ਕਰ ਸਕਦੇ ਹੋ, ਉਹਨਾਂ ਨਾਲ ਬੋਲਚਾਲ ਕਰ ਸਕਦੇ ਹੋ, ਆਮ ਜਿਹੜੀ ਭਾਸ਼ਾ ਬੋਲਚਾਲ ਦੀ। ਕੰਮ ਤਾਂ ਸਿਰਫ ਇਹਦਾ, ਤੇ ਇਹਨੂੰ ਕਰਿਕੂਲਮ ਕਿਸ ਤਰ੍ਹਾਂ ਬਣਾ ਲਓਗੇ, ਇੱਕ ਗੱਲ। ਦੂਸਰੀ ਗੱਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹ ਤਾਂ ਕਹਿੰਦੇ ਸੀ ਅਸੀਂ ਬ੍ਰੇਨ ਡਰੇਨ ਖਤਮ ਕਰਨਾ। ਕੀ ਇਸ ਦੇ ਨਾਲ ਬ੍ਰੇਨ ਡਰੇਨ ਖਤਮ ਹੋ ਜਾਊਗਾ? ਹੁਣ ਤੁਸੀਂ ਇੱਕ ਚੀਜ਼ ਦੇਖੋ, ਇਹ ਜਿਹੜੀ ਲੁੱਟ ਆ ਤੁਸੀਂ ਬੰਦ ਕਰਨ ਲਈ ਉਹਨੂੰ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਟਰੋਡਿਊਸ ਕਰਾਂਗੇ ਕਿਉਂਕਿ ਲੁੱਟ ਖਸੁੱਟ ਖਤਮ ਹੋ ਜੂਗੀ। ਪਰ ਫਿਰ ਮੈਨੂੰ ਇਹ ਦੱਸੋ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਟਰੈਵਲ ਏਜੰਟਸ ਜਿਹੜੇ ਉਹ ਪੂਰੇ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਵੀ ਫੈਲੇ ਹੋਏ ਆ, ਉਹ ਰੋਜ਼ ਲੁੱਟ ਖਸੁੱਟ ਕਰਦੇ ਨੇ। ਤੇ ਕੀ ਤੁਸੀਂ ਹੁਣ ਸਰਕਾਰ ਟਰੈਵਲ ਏਜੰਟ ਵੀ ਬਣ ਜੂਗੀ ਜਾਂ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਖੋਲ੍ਹ ਲੂਗੀ? ਰੇਤਾ ਬਜਰੀ ਦੀ ਬੜੀ ਲੁੱਟ ਖਸੁੱਟ ਹੋ ਰਹੀ ਹੈ ਤੇ ਫਿਰ ਤੁਸੀਂ ਉਹਦੀਆਂ ਵੀ ਦੁਕਾਨਾਂ ਖੋਲ੍ਹ ਲਓਗੇ। ਇਸੇ ਤਰ੍ਹਾਂ ਐਕਸਾਈਜ਼ ਮਹਿਕਮੇ ਦੇ ਵਿੱਚ ਵੀ ਕਹਿੰਦੇ ਬੜੀ ਲੁੱਟ ਖਸੁੱਟ ਹੋ ਰਹੀ ਹੈ ਸ਼ਰਾਬ ਦੀ। ਕੀ ਫਿਰ, ਕਿਉਂਕਿ ਵੈਸੇ ਤਾਂ ਸਰਕਾਰ ਇਹ ਬਿਜ਼ਨਸ ਤਾਂ ਕਰਦੀ ਆ। ਕਹਿਣ ਦਾ ਭਾਵ ਆ, ਆਮ ਤੌਰ ਤੇ ਕਿਹਾ ਜਾਂਦਾ ਗਵਰਨਮੈਂਟ ਹੈਜ਼ ਨੋ ਬਿਜ਼ਨਸ ਟੂ ਬੀ ਇਨ ਬਿਜ਼ਨਸ। ਤੁਹਾਨੂੰ ਤਾਂ ਬਿਜ਼ਨਸ ਤੋਂ ਬਾਹਰ ਰਹਿਣਾ, ਪਰ ਤੁਹਾਨੂੰ ਫੈਸਿਲਿਟੇਟ ਕਰਨਾ, ਲੋਕਾਂ ਨੂੰ ਸਹੂਲਤ ਦੇਣੀ ਆ ਕਿ ਉਹ ਵਧੀਆ ਬਿਜ਼ਨਸ ਕਰ ਸਕਣ। ਤੇ ਇੱਥੇ ਕਿਤੇ ਨਾ ਕਿਤੇ ਤੁਹਾਡੀ ਪੰਜਾਬ ਪੁਲਿਸ ਫੇਲ ਨਜ਼ਰ ਆਉਂਦੀ ਆ। ਜਿਹੜੀ ਪੰਜਾਬ ਪੁਲਿਸ ਨੇ ਕ੍ਰੈਕ ਡਾਊਨ ਕਰਨਾ ਸੀ, ਜਿਹੜੀ ਪੰਜਾਬ ਪੁਲਿਸ ਨੇ ਉਹਨਾਂ ਟਰੈਵਲ ਏਜੰਟਸ ਨੂੰ ਫੜਨਾ ਸੀ ਜਾਂ ਉਹਨਾਂ ਆਇਲਟਸ ਦੀਆਂ ਦੁਕਾਨਾਂ ਨੂੰ, ਜਿਨ੍ਹਾਂ ਨੂੰ ਤੁਸੀਂ ਦੁਕਾਨਾਂ ਕਹਿੰਦੇ ਹੋ, ਉਹਨਾਂ ਉੱਤੇ ਕਾਰਵਾਈ ਕਰਨੀ ਸੀ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਕੋਰਸਿਸ ਨਾ ਚਲਾਉਣ, ਜਾਂ ਜੋ ਵੀ ਉਹਨਾਂ ਦਾ ਆਇਲਟਸ ਦਾ ਇੱਕ ਟੈਸਟ ਆ ਉਹ ਉਸ ਤਰ੍ਹਾਂ ਨਾ ਚਲਾਉਣ, ਤਾਂ ਕਿ ਜਿਹੜੇ ਸਟੂਡੈਂਟਸ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਨੇ ਜਿਹੜੇ ਬਾਹਰ ਜਾਣ ਦੇ ਇੱਛੁਕ ਨੇ ਉਹ ਭ੍ਰਮਿਤ ਨਾ ਹੋਣ। ਪਰ ਉਹਨਾਂ ਨੇ ਤਾਂ ਆਪਣਾ ਕੰਮ ਕੀਤਾ ਨਹੀਂ। ਹੁਣ ਤੁਸੀਂ ਇਹ ਕਹਿਣਾ ਸ਼ੁਰੂ ਕਰਤਾ ਕਿ ਸਰਕਾਰ ਕਰੂਗੀ। ਵੈਸੇ ਇਹ ਜਿਹੜੀਆਂ ਚੀਜ਼ਾਂ ਐਮਪਲੋਇਮੈਂਟ ਓਪਰਚੁਨਿਟੀਜ਼ ਭਗਵੰਤ ਮਾਨ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਇੱਥੇ ਰੋਜ਼ਗਾਰ ਪੈਦਾ ਕਰਾਂਗੇ, ਰੰਗਲਾ ਪੰਜਾਬ ਬਣਾਵਾਂਗੇ, ਉਸ ਤੇ ਬੜੇ ਸਵਾਲ ਖੜੇ ਹੋ ਗਏ ਨੇ। ਔਰ ਇਕੱਲੇ ਕੁਲਦੀਪ ਸਿੰਘ ਧਾਲੀਵਾਲ ਨਹੀਂ, ਵਿਕਰਮਜੀਤ ਸਿੰਘ ਸਾਨੀ, ਇਹ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ, MP ਨੇ, ਮੈਂਬਰ ਪਾਰਲੀਮੈਂਟ ਨੇ। ਹੁਣ ਤੁਸੀਂ ਦੇਖੋ ਇਹਨਾਂ ਨੇ ਕੀ ਕੀਤਾ। ਇਹ ਜਿਹੜੇ ਕੰਟਰਾਡਿਕਸ਼ਨਸ ਨੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਦੇਖੋ, ਵਿਕਰਮਜੀਤ ਸਿੰਘ ਸਾਨੀ ਨੇ ਕੈਨੇਡੀਅਨ ਫੈਡਰਲ ਮਿਨਿਸਟਰ ਨੇ, ਯਾਨੀ ਕਿ ਉੱਥੇ ਕੇਂਦਰ ਦੇ ਮੰਤਰੀ ਨੇ ਜਿਹਨਾਂ ਨੂੰ ਅਸੀਂ ਫੈਡਰਲ ਮਿਨਿਸਟਰ ਕਹਿ ਦਿੰਦੇ ਆ, ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਕੈਨੇਡੀਅਨ, ਔਰ ਉਹਨਾਂ ਦਾ ਨਾਮ ਹੈ ਸ਼ੌਨ ਫਰੇਜ਼ਰ। ਸ਼ੌਨ ਫਰੇਜ਼ਰ ਨੂੰ ਇਹਨਾਂ ਨੇ ਚਿੱਠੀ ਲਿਖੀ ਔਰ ਕਹਿੰਦੇ 700 ਦੇ ਕਰੀਬ ਜਿਹੜਾ ਬੱਚਾ ਅੰਟਾਰੀਓ ਦੇ ਵਿੱਚ, ਉੱਥੇ ਇੱਕ ਹੰਬਰ ਕਾਲਜ ਆ, ਔਰ ਪਿਛਲੇ ਕਾਫੀ ਮਹੀਨਿਆਂ ਤੋਂ ਉਹਨਾਂ ਦਾ ਰੌਲਾ ਚੱਲ ਰਿਹਾ ਕਿਉਂਕਿ ਉਹਨਾਂ ਦੇ ਦਸਤਾਵੇਜ਼ ਜਾਲੀ ਨਿਕਲੇ, ਨਕਲੀ ਨਿਕਲੇ। ਇੱਥੇ ਜਿਹੜੇ ਟਰੈਵਲ ਏਜੰਟਸ ਨੇ ਉਹ ਦਸਤਾਵੇਜ਼ ਜਾਂ ਉਹਨਾਂ ਨੂੰ ਆਫਰ ਲੈਟਰਸ ਦਿੱਤੀਆਂ ਕਿ ਤੁਹਾਡੀ ਉੱਥੇ ਐਡਮਿਸ਼ਨ ਹੋ ਗਈ ਆ, ਪਹਿਲਾਂ ਤਾਂ ਉਹ ਕੰਮ ਕਰਦੇ ਰਹੇ। ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਇਮੀਗ੍ਰੇਸ਼ਨ ਹੋਣੀ ਸੀ, ਜਾਂ ਜਿਸ ਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲਣੀ ਸੀ, ਉਦੋਂ ਉਹ ਸਾਰੇ ਦੇ ਸਾਰੇ ਐਕਸਪੋਜ਼ ਹੋ ਗਏ ਕਿ ਇਹਨਾਂ ਦੇ ਤਾਂ ਸਾਰੇ ਦਸਤਾਵੇਜ਼ ਹੀ ਜਾਲੀ ਆ। ਔਰ ਇਹ ਉੱਥੋਂ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਹੈ, ਜਿਹਨੂੰ ਅਸੀਂ CBSE ਕਹਿ ਦਿੰਦੇ ਆ। ਉਹਨਾਂ ਨੂੰ ਜਦੋਂ ਪਤਾ ਲੱਗਾ ਤੇ ਉਹਨਾਂ ਨੇ ਉੱਥੋਂ ਦੇ ਇਮੀਗ੍ਰੇਸ਼ਨ ਮਹਿਕਮੇ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ, ਔਰ ਜਿਹੜੀਆਂ ਇੰਡੀਅਨ ਅਥਾਰਟੀਜ਼ ਦੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਲੈ ਕੇ ਆਂਦਾ, ਔਰ ਉਹਨਾਂ ਨੂੰ ਹੁਣ ਡਿਪੋਰਟ ਕਰਨੇ, ਯਾਨੀ ਕਿ ਵਾਪਸ 700 ਤੋਂ ਵੀ ਵੱਧ ਸਟੂਡੈਂਟਸ ਆ, ਵਾਪਸ ਉਹਨਾਂ ਨੂੰ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸੇ ਸੰਦਰਭ ਦੇ ਵਿੱਚ ਵਿਕਰਮਜੀਤ ਸਿੰਘ ਸਾਨੀ ਨੇ ਚਿੱਠੀ ਲਿਖੀ, ਕੈਨੇਡੀਅਨ ਮਿਨਿਸਟਰ ਨੂੰ ਲਿਖੀ, ਕਹਿੰਦੇ ਨਹੀਂ ਜੀ ਇਹਨਾਂ ਦਾ ਥੋੜਾ ਲੀਨੀਅੰਟ ਵਿਊ ਲਓ, ਤੁਸੀਂ ਥੋੜਾ ਜਿਹਾ ਤਰਸ ਖਾਓ ਇਹਨਾਂ ਤੇ, ਕਿਉਂਕਿ ਇਹਨਾਂ ਨੇ ਪੈਸੇ ਬੜੇ ਖਰਚੇ ਨੇ, 16 ਲੱਖ 20 ਲੱਖ ਰੁਪਇਆ ਜਾਂ ਇਸ ਤੋਂ ਵੀ ਵੱਧ ਇਹਨਾਂ ਨੇ ਪੈਸਾ ਦਿੱਤਾ। ਇਹ ਆ ਕੇ ਕਰਨਗੇ ਕੀ? ਦੇਖੋ, ਥੋੜਾ ਜਿਹਾ ਇਹਦੇ ਵਿੱਚ ਮੈਂ ਇਹ ਜ਼ਰੂਰ ਦੱਸਦਾ ਵਿਕਰਮਜੀਤ ਸਿੰਘ ਸਾਨੀ ਨੂੰ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਬਚਾਓਗੇ ਜਾਂ ਇਸ ਤਰ੍ਹਾਂ ਦੇ, ਦੇਖੋ ਇਹਦੇ ਨਾਲ ਟਰੈਵਲ ਏਜੰਟਸ, ਇਹ ਸਾਰਾ ਕੁਝ ਰਲ ਮਿਲ ਕੇ ਖੇਡ ਹੁੰਦੀ ਆ। ਤੇ ਫਿਰ ਜਿਹੜਾ ਤੁਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੋ, ਬਾਰ-ਬਾਰ ਇਹੀ ਸਟੂਡੈਂਟਸ ਕਹਿ ਲਓ, ਵਿਅਕਤੀ ਕਹਿ ਲਓ, ਜਾਂ ਜਿਹੜੇ ਵੀ ਵਿਅਕਤੀ ਇਹਨਾਂ ਸਾਰਿਆਂ ਇੱਕ ਤਰ੍ਹਾਂ ਦਾ ਫਰਾਡ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਦਾ ਤਾਂ ਇਹ ਹੁੰਦਾ ਕਿ ਸਾਨੂੰ ਤਾਂ ਪਤਾ ਹੀ ਨਹੀਂ। ਜਿੱਦਣ ਇਹ ਪਰਮਾਨੈਂਟ ਰੈਜ਼ੀਡੈਂਸੀ ਲੈ ਲੈਂਦੇ, ਮੰਨ ਲਓ ਇਹਨਾਂ ਦੇ ਸਾਰੇ ਇਹ ਇਗਨੋਰ ਹੋ ਜਾਂਦੇ ਜਾਂ ਓਵਰਲੁੱਕ ਹੋ ਜਾਂਦੇ ਜਾਂ ਪਤਾ ਹੀ ਨਹੀਂ ਲੱਗਦਾ ਕੈਨੇਡੀਅਨ ਅਥਾਰਟੀਜ਼ ਨੂੰ, ਤੇ ਕੀ ਇਹ ਮਸਲਾ ਕਦੇ ਉੱਠਣਾ ਸੀ? ਤੁਸੀਂ ਇਹਨਾਂ ਚੀਜ਼ਾਂ ਨੂੰ ਡਿਸਕਰੇਜ ਕਰੋ ਤਾਂ ਕਿ ਜਿਹੜੇ ਇਹ ਸਟੂਡੈਂਟਸ ਨੇ, ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਜਾ ਰਹੇ ਹਾਂ, ਔਰ ਸਾਰਾ ਕੁਝ ਪਤਾ ਹੁੰਦਾ ਕਿ ਇਸ ਤਰ੍ਹਾਂ ਜਿਹੜੇ ਡਾਕੂਮੈਂਟਸ ਅਸੀਂ ਕਿਸ ਤਰ੍ਹਾਂ ਪ੍ਰੋਕਿਓਰ ਕਰ ਰਹੇ ਹਾਂ, ਤੇ ਫਿਰ ਜਦੋਂ ਤੁਸੀਂ ਇਹਨਾਂ ਨੂੰ ਤਰਸ ਦੇ ਆਧਾਰ ਤੇ ਕਹਿੰਦੇ ਨਾ ਛੱਡ ਦਿਓ, ਤੇ ਇਹ ਪੰਜਾਬ ਦੇ ਲਈ ਕੋਈ ਵਧੀਆ ਪ੍ਰੈਸੀਡੈਂਟ ਜਾਂ ਵਧੀਆ ਐਗਜ਼ਾਮਪਲ ਨਹੀਂ ਸੈੱਟ ਕਰ ਰਿਹਾ। ਹੁਣ ਤੁਸੀਂ ਇੱਕ ਚੀਜ਼ ਦੇਖੋ, ਵਿਕਰਮਜੀਤ ਸਿੰਘ ਸਾਨੀ ਨੇ ਪਿਛਲੇ ਦਿਨਾਂ ਦੇ ਵਿੱਚ ਓਮਾਨ ਤੋਂ ਮਸਕਟ, ਉਹਨਾਂ ਦੀ ਕੈਪੀਟਲ ਆ, ਉੱਥੋਂ ਬਹੁਤ ਸਾਰੀਆਂ ਔਰਤਾਂ ਨੂੰ ਇਹ ਬਚਾ ਕੇ ਲੈ ਕੇ ਆਏ।
बल्कि इन्होंने कहा कि लगभग 34 ਤੋਂ 36 इस तरह दी औरतां पंजाब चों गईयां होईयां ने, ਉਹ ਮਸਕਟ ਬੈਠੀਆਂ ਨੇ। ਕੁਛ ਨੂੰ ਤਾਂ ਇਹ ਲੈ ਇਹਨਾਂ ਦੇ ਨਾਲ ਬਲਬੀਰ ਸਿੰਘ ਸੀਚੇਵਾਲ, ਉਹ ਵੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ MP ਨੇ। ਇਹਨਾਂ ਨੇ ਦੋਨਾਂ ਨੇ ਮਿਲ ਕੇ ਇਹ ਔਰਤਾਂ ਨੂੰ ਛਡਾਇਆ। ਇੱਕ ਪਾਸੇ ਤਾਂ ਤੁਸੀਂ ਜਿਹੜੀ ਐਕਸਪਲੋਇਟੇਸ਼ਨ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਇਹਨਾਂ ਔਰਤਾਂ ਦੀ ਹੋ ਰਹੀ ਆ, ਉਹਨਾਂ ਨੂੰ ਤੁਸੀਂ ਵਾਪਸ ਲੈ ਕੇ ਆਉਣਾ ਚਾਹੁੰਦੇ ਹੋ। ਦੂਸਰੇ ਪਾਸੇ ਤੁਸੀਂ ਚਿੱਠੀਆਂ ਲੈ ਕੇ ਕਹਿੰਦੇ ਹੋ ਕਿ ਕੋਈ ਗੱਲ ਨਹੀਂ, ਜੇ ਜਾਲੀ ਦਸਤਾਵੇਜ਼ ਆ ਵੀ ਗਏ ਤੇ ਇਹਨਾਂ ਨੂੰ ਤੁਸੀਂ ਮੰਨ ਕੇ ਕਿਸੇ ਨਾ ਕਿਸੇ ਤਰ੍ਹਾਂ ਤਰਸ ਦੇ ਆਧਾਰ ਤੇ ਇਹਨਾਂ ਨੂੰ ਉੱਥੇ ਰੱਖ ਲਓ। ਔਰ ਦੇਖੋ ਬਾਹਰ ਜਿਹੜੇ ਹਾਲਾਤ ਨੇ ਉਹ ਕੋਈ ਬਹੁਤ ਵਧੀਆ ਨਹੀਂ। ਹੁਣ ਤੁਸੀਂ ਇੱਕ ਐਗਜ਼ਾਮਪਲ ਹੋਰ ਦੇਖੋ, ਹਰਮਿੰਦਰ ਹਾਂਸੀ ਨੇ, ਇਹ ਡਾਇਰੈਕਟਰ ਨੇ ਫਿਊਨਰਲ ਹੋਮਸ ਦੇ ਤੇ ਕ੍ਰੈਮੇਟੋਰੀਅਮ ਦੇ। ਇਹ ਕ੍ਰੈਮੇਟੋਰੀਅਮ ਆ ਜਿਹੜਾ ਜਾਂ ਫਿਊਨਰਲ ਹੋਮ ਆ, ਇਹ ਟੋਰਾਂਟੋ ਦੇ ਵਿੱਚ ਆ। ਉੱਥੇ ਇੱਕ ਜਗ੍ਹਾ ਹੈ ਲੋਟਸ ਫਿਊਨਰਲ ਹੋਮ, ਇੱਕ ਕਿਚਨਰ ਆ, ਉੱਥੇ ਪੈ ਜਾਂਦਾ। ਉਹਦੇ ਡਾਇਰੈਕਟਰ ਨੇ ਤੇ ਇਹਨਾਂ ਨੇ ਬਹੁਤ ਜਿਹੜੇ ਖਤਰਨਾਕ ਕਹਿ ਲਓ ਜਾਂ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੇ ਆંકੜੇ ਦਿੱਤੇ ਨੇ। ਕਹਿੰਦੇ ਪਿਛਲੇ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਦਾ ਇੰਟਰਨੈਸ਼ਨਲ ਸਟੂਡੈਂਟਸ, ਜਿਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਔਰ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਇਹ ਹਿਲਾ ਕੇ ਰੱਖ ਦੇਣ ਵਾਲੀਆਂ ਨੇ। ਉਹਨਾਂ ਨੇ ਬਲਕਿ ਆંકੜੇ ਵੀ ਦਿੱਤੇ ਆ। ਕੱਲੇ ਮਈ ਦੇ ਮਹੀਨੇ ਦੇ ਵਿੱਚ ਸਨ 2022 ਦੇ ਵਿੱਚ ਉਹਨਾਂ ਨੇ ਦੱਸਿਆ ਕਿ 33 ਇਹ ਦੇਖ ਲਓ ਤੁਸੀਂ, 33 ਇਸ ਤਰ੍ਹਾਂ ਦੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਵੱਖਰੇ ਵੱਖਰੇ ਕਾਰਨਾਂ ਕਰਕੇ ਮੌਤਾਂ ਹੋ ਗਈਆਂ। ਕਿਸੇ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ, ਕਿਸੇ ਦੀ ਡਰੱਗਸ ਕਰਕੇ ਓਵਰਡੋਜ਼ ਲੈਣ ਦੇ ਨਾਲ ਮੌਤ ਹੋ ਗਈ, ਕੋਈ ਟਰੱਕਿੰਗ ਦੇ ਵਿੱਚ ਤੇਜ਼ ਰਫ਼ਤਾਰ ਗੱਡੀਆਂ ਦੀ ਚਪੇਟ ਦੇ ਵਿੱਚ ਆ ਗਿਆ, ਇਸ ਕਰਕੇ ਮੌਤ ਹੋ ਗਈ, ਕਿਸੇ ਦੀ ਗੈਂਗ ਵਾਇਲੈਂਸ ਦੇ ਵਿੱਚ ਮੌਤ ਹੋ ਗਈ। 33 ਬਾਡੀਜ਼ ਇਹਨੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਵਾਪਸ ਭੇਜੀਆਂ ਨੇ। ਤੇ ਇਹ ਜਾਣ ਕੇ ਵਾਕਿਆ ਹੁੰਦਾ ਕਿ ਜਦੋਂ ਇੰਨੇ ਪੈਸੇ ਲਾ ਕੇ ਜਾਂਦੇ ਨੇ ਕਿ ਫਿਰ ਇਸੇ ਤਰ੍ਹਾਂ ਦੇ ਕੰਮ ਹੁੰਦੇ ਨੇ। ਅੱਜ ਹੀ ਦ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਆ, ਜਲੰਧਰ ਤੋਂ ਲੱਗੀ ਆ, ਉਹਦੇ ਵਿੱਚ US ਦੇ ਵਿੱਚ 5 ਇਸ ਤਰ੍ਹਾਂ ਦੇ ਵਿਅਕਤੀ ਆ, ਉਹਨਾਂ ਦੀਆਂ ਮੌਤਾਂ ਹੋ ਗਈਆਂ। ਦੁਬਾਰਾ ਆਉਂਦੇ ਆ ਇਸੇ ਹਰਮਿੰਦਰ ਹਾਂਸੀ ਦੀ ਗੱਲ ਮੈਂ ਕਰ ਰਿਹਾ ਸੀ, ਜਿਹੜੇ ਡਾਇਰੈਕਟਰ ਨੇ, ਬਲਕਿ ਉਹਨਾਂ ਨੇ ਆંકੜੇ ਦਿੱਤੇ ਨੇ। ਕਹਿੰਦੇ ਸਨ 2018 ਦੇ ਵਿੱਚ 8 ਮੌਤਾਂ ਹੋਈਆਂ ਜਿਨ੍ਹਾਂ ਨੂੰ ਵਾਪਸ ਉਹਨਾਂ ਦੇ ਬਾਡੀਜ਼ ਭੇਜੀਆਂ ਗਈਆਂ ਔਰ ਇੱਥੇ ਇੰਡੀਆ ਦੇ ਵਿੱਚ। ਔਰ ਸਨ 2019 ਦੇ ਵਿੱਚ 16, ਸਨ 2020 ਦੇ ਵਿੱਚ 12, ਸਨ 2021 ਦੇ ਵਿੱਚ 11 ਤੇ ਸਨ 2022 ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 33 ਮੌਤਾਂ ਹੋ ਗਈਆਂ ਨੇ। ਇਨਫਰਾਸਟ੍ਰਕਚਰ ਦੀ ਜਿਹੜੀ ਘਾਟ ਆ ਉੱਥੇ, ਚਾਹੇ ਉੱਥੇ ਹੈਲਥ ਸਿਸਟਮ ਹੋਵੇ, ਚਾਹੇ ਐਜੂਕੇਸ਼ਨ ਸਿਸਟਮ ਹੋਵੇ, ਚਾਹੇ ਈਵਨ ਕਿ ਪੁਲਿਸਿੰਗ ਹੋਵੇ, ਇਹਨਾਂ ਸਾਰੀਆਂ ਚੀਜ਼ਾਂ ਤੇ ਬਹੁਤ ਐਕਸਪਰਟਸ ਬਾਰ-ਬਾਰ ਦੱਸ ਰਹੇ ਨੇ। ਮੇਰਾ ਇਹ ਕਹਿਣ ਦਾ ਮਤਲਬ ਨਹੀਂ ਕਿ ਜੇ ਤੁਹਾਡੇ ਅੰਦਰ ਕਾਬਲੀਅਤ ਤਾਂ ਤੁਸੀਂ ਨਾ ਜਾਓ, ਪਰ ਤੁਸੀਂ ਬਾਹਰਲੇ ਹਾਲਾਤਾਂ ਨੂੰ ਵੀ ਸਮਝੋ। ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਕਿਸੇ ਵੀ ਸਟੱਡੀ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਕੋਈ ਆਪਸ ਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਸਲਾਹ ਮਸ਼ਵਰਾ ਕੀਤੇ ਬਗੈਰ ਜਾਂ ਇਸ ਤਰ੍ਹਾਂ ਦਾ ਕੋਈ ਸਰਵੇ ਜਾਣਨ ਤੋਂ ਬਗੈਰ ਆਪਣੇ ਬੱਚੇ ਭੇਜ ਦਿੰਦੇ ਨੇ ਲੋਨ ਲੈ ਕੇ, ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ। ਉਹ ਜ਼ਰੂਰੀ ਨਹੀਂ ਹੁੰਦਾ ਕਿ ਬੱਚੇ ਪੜ੍ਹਨ, ਕਿਉਂਕਿ ਆਪਾਂ ਨੂੰ ਇਹ ਗੱਲ ਪਤਾ ਹੈ ਕਿ ਸਾਰੇ ਸੈਟਲ ਹੋਣ ਜਾਂਦੇ ਨੇ। ਸੋ ਇਸ ਕਰਕੇ ਕੁਲਦੀਪ ਸਿੰਘ ਧਾਲੀਵਾਲ ਤੇ ਭਗਵੰਤ ਮਾਨ ਨੂੰ ਦੁਬਾਰਾ ਬੈਠਣਾ ਚਾਹੀਦਾ ਔਰ ਇਹ ਸੋਚਣਾ ਚਾਹੀਦਾ ਕਿ ਕੀ ਉਹਨਾਂ ਦਾ ਮਕਸਦ ਬੱਚੇ ਬਾਹਰ ਭੇਜਣਾ ਜਾਂ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਪੰਜਾਬ ਨੂੰ ਰੰਗਲਾ ਬਣਾਉਣਾ। ਆਪਣੀ ਹੀ ਬਣਾਈ ਹੋਈ ਪਾਰਲੀਮੈਂਟ ਤੇ ਆਪ ਹੀ ਤੁਸੀਂ ਬਣ ਜਾਓ ਮੁੱਖ ਅਤਿਥੀ ਯਾਨੀ ਕਿ ਚੀਫ ਗੈਸਟ, ਤੇ ਫਿਰ ਆਪ ਹੀ ਉਦਘਾਟਨ ਕਰ ਲਓ। ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦ ਹੁੰਦਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮੈਗੈਲੋਮੈਨਿਕ। ਉਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੇ ਤੋਂ ਬਗੈਰ ਕਿਸੇ ਨੂੰ ਵੀ ਨਾ ਤਾਂ ਮਹੱਤਵਪੂਰਨ ਮੰਨਦੇ ਹੋ, ਨਾ ਹੀ ਤਾਕਤਵਰ ਮੰਨਦੇ ਹੋ। ਤੁਹਾਨੂੰ ਲੱਗਦਾ ਸਭ ਤੋਂ ਦੁਨੀਆ ਦਾ ਇੰਪੋਰਟੈਂਟ ਵਿਅਕਤੀ ਮੈਂ ਹੀ ਹਾਂ। ਔਰ ਇਹ ਚੀਜ਼ ਨਜ਼ਰ ਆ ਰਹੀ ਸੀ ਕੱਲ੍ਹ ਨਰਿੰਦਰ ਮੋਦੀ ਜਦੋਂ ਭਾਰਤ ਦੀ ਨਵੀਂ ਬਣੀ ਹੋਈ ਪਾਰਲੀਮੈਂਟ ਦਾ ਦਿੱਲੀ ਦੇ ਵਿੱਚ ਉਦਘਾਟਨ ਕਰ ਰਹੇ ਸੀ। ਔਰ ਜਿਸ ਤਰ੍ਹਾਂ ਦਾ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਉਸ ਦਾ ਉਦਘਾਟਨ ਹੋ ਰਿਹਾ ਸੀ, ਬਹੁਤ ਸਾਰੇ ਸਵਾਲ ਪੈਦਾ ਖੜੇ ਹੋ ਗਏ ਕਿ ਲੋਕਤੰਤਰ ਦਾ ਮੰਦਰ ਜਿਹਨੂੰ ਅਸੀਂ ਕਹਿੰਦੇ ਹਾਂ ਪਾਰਲੀਮੈਂਟ ਨੂੰ, ਇਸ ਤਰ੍ਹਾਂ ਦੇ ਧਾਰਮਿਕ ਰੀਤੀ ਰਿਵਾਜਾਂ ਦੀ ਲੋੜ ਸੀ। ਜਿੱਥੇ ਅਸੀਂ ਸੈਕੂਲਰ ਪਾਰਲੀਮੈਂਟ ਕਹਿੰਦੇ ਆ ਉੱਥੇ ਤਾਂ ਇਹ ਚੀਜ਼ਾਂ ਚਾਹੀਦੀਆਂ ਹੀ ਨਹੀਂ ਸੀ। ਖੈਰ ਉਸ ਦੇ ਬਾਵਜੂਦ ਜਿਹਦੇ ਵਿੱਚ ਤੁਸੀਂ ਦੇਖੋ ਸੈਪਟਰ ਦੀ ਗੱਲ ਹੋਈ, ਜਿਹਦੇ ਵਿੱਚ ਰਾਜਦੰਡ ਦੀ ਗੱਲ ਹੋਈ, ਸੰਗੋਲ ਦੀ ਗੱਲ ਹੋਈ, ਇਹ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ। ਤੇ ਜਿੱਥੇ 20 ਪਾਰਟੀਆਂ ਮੈਂ ਦੱਸੀਆਂ ਵਿਰੋਧ ਕਰ ਰਹੀਆਂ ਸੀ, ਉਹਨਾਂ ਨੂੰ ਨਾਲ ਨਹੀਂ ਲੈ ਕੇ ਆਇਆ ਗਿਆ। ਉਹਨਾਂ ਨੂੰ ਕਿਉਂ ਨਹੀਂ ਮਨਾਇਆ ਗਿਆ? ਆਖਿਰਕਾਰ ਉਹ ਚਾਹੁੰਦੀਆਂ ਕੀ ਸੀ? ਉਹ ਤਾਂ ਇਹੀ ਚਾਹੁੰਦੇ ਸੀ ਕਿ ਦ੍ਰੋਪਦੀ ਮੁਰਮੂ ਭਾਰਤ ਦੇ ਪ੍ਰੈਜ਼ੀਡੈਂਟ ਉਹ ਇਸ ਦਾ ਉਦਘਾਟਨ ਕਰਨ, ਕਿਉਂਕਿ ਜਿਹੜੀ ਪਾਰਲੀਮੈਂਟ ਆ ਉਹਨਾਂ ਤੋਂ ਸ਼ੁਰੂ ਹੁੰਦੀ ਆ ਰਾਜ ਸਭਾ ਤੇ ਲੋਕ ਸਭਾ। ਲੋਕ ਸਭਾ ਦੇ ਸਪੀਕਰ ਤਾਂ ਸੀ, ਡਿਪਟੀ ਸਪੀਕਰ ਤਾਂ ਤੁਸੀਂ ਅੱਜ ਤੱਕ ਬਣਾਏ ਹੀ ਨਹੀਂ। ਸਨ 2019 ਜੂਨ ਦੇ ਮਹੀਨੇ ਦੇ ਵਿੱਚ ਇਹ ਸਰਕਾਰ ਸਥਾਪਿਤ ਹੋ ਗਈ ਸੀ, ਲੇਕਿਨ ਅੱਜ ਤੋਂ ਬਾਅਦ ਤੁਸੀਂ ਦੇਖੋ ਉਸ ਤੋਂ ਬਾਅਦ ਕਦੇ ਵੀ ਡਿਪਟੀ ਸਪੀਕਰ ਨਹੀਂ ਬਣਾਏ ਗਏ।
ਇਹ खैर ਅੱਗੇ ਜਾ ਕੇ ਆਪਾਂ ਗੱਲ ਕਰਾਂਗੇ। पर नाल दी नाल जिस तरह का जुल्म, जिस तरह की बेरहमी दिल्ली ਦੀਆਂ सड़कों ਤੇ देखी जा रही सी, तो जवाबदेही तो किसी की तय करनी पऊगी ना। लोकतंत्र तो कहता कि जवाबदेही लो, पर ये जिहड़े नौकरशाह ने, चाहे वह पुलिस होवे चाहे सिविल अफसर होण, उन्हां दी जवाबदेही अकाउंटेबिलिटी तय करनी किस तरह। लगातार इस चीज़ नूं इदां लगदा कि जिवें घटाया जा रहा, इस चीज़ की इंपॉर्टेंस नूं लगातार खत्म किया जा रहा। कल जदों दिल्ली पुलिस ने जाके जंतर मंतर ते ये लड़कियां जिहड़ियां 23 अप्रैल तो सारे पहलवान उत्थे लगातार धरने प्रदर्शन कर रहे सी, इन्हां दा सारा समान उत्थों चकता, इन्हां दे टेंट जिहड़े आ ओह पुट सुट्टे और उस तो बाद सारे दा सारा जंतर मंतर इन्हां तो खाली करा लिया। ਐਨ मौके जदों इन्हां कुड़ियां दे नाल ये धक्काशाही हो रही सी, तुसीं एक चीज़ देखो, जिस व्यक्ति के खिलाफ ये प्रदर्शन कर रही सी, बृज भूषण शरण सिंह, भारतीय जनता पार्टी का वह मैंबर पार्लीमेंट जो 6वीं वारी मैंबर पार्लीमेंट बनया, उस नूं पूरी तरह सन्मानित किया जा रहा सी, यानी कि वह पार्लीमेंट हाउस के अंदर सी। वो सेंट्रल विस्टा प्रोजेक्ट है जिहड़ा उस दे अंदर सी ते उहनूं पूरा सन्मान मिल रहा सी। इन्हां कुड़ियां नूं फड़ लिया गया, विनेश फोगाट, साक्षी मलिक, होर भी बहुत सारे किसान लीडर जिहड़े उन्हां दे समर्थन ते गए सी, उन्हां नूं भी फड़ के अंदर करता। आखिरकार 7:45 बजे के करीब 7:45 ते इन्हां नूं छड्डिया गया। इन्हां दे मोबाइल फोन वगैरह भी लै लए सी ते उस तो बाद रात नूं 11 बजे बजरंग पूनिया नूं छड्डिया गया ते दिल्ली पुलिस नूं ये सख्त हिदायतां सी कि इन्हां नूं दूर रखिया जावे ते जिथे पार्लीमेंट है, प्रेजिडेंट का घर उत्थे मुश्किल नाल किलोमीटर होएगा, ना उन्हां नूं बुलाया गया, ना वाइस प्रेजिडेंट जगदीप धनकर। देखो द्रौपदी मुर्मू नूं भी यही लैके आए आ, जगदीप धनकर नूं भी यही लैके आए आ ते जिस तरह मैं तुहानूं पहलां भी दस्सिया कि अज तक डिप्टी स्पीकर नहीं चुने गए और ये अपने आप दे विच अनप्रेसिडेंटेड आ, पहलां कदे नहीं होया, अपने आप दे विच अनकॉन्स्टिट्यूशनल भी आ। आर्टिकल 93 आ साडा जिहड़ा, वो क्लीयरली ये गल कहंदा कि सब तो पहलां डिप्टी स्पीकर चुनो। जिस बेरहमी दे नाल, जिस अनमनुखी व्यवहार दे नाल दिल्ली पुलिस ने उत्थे अपना एक चेहरा उजागर किया, ਉਹਦੇ ਨਾਲ ਸਾਨੂੰ वाकई हैरानी ਹੁੰਦੀ है कि की ਜਿਹੜਾ ਇਹ ਹੋ ਰਿਹਾ ਸੀ लोकतंत्र ਦੇ ਮੰਦਰ ਦਾ ਉਦਘਾਟਨ, कि ਇਹਦੀ स्पिरिट ਜਾਂ ਜਿਹੜੀ आत्मा ਉਹ मार ਦਿੱਤੀ गई सी। एक चीज़ होर, हुण तुसीं सैप्टर की गल सुनी हुई है बहुत सारिਆਂ ने, संघोल ये कित्थों लैके आंदा, जिन्नियां कहानियां सी द हिंदू की तुसीं खबर जरूर पढ़िओ। ये सारा कुछ जिस तरह दस्सिया जा रहा सी कि देखो जी पंडित जवाहर लाल नेहरू भारत के पहले प्रधानमंत्री, उन्होंने लॉर्ड माउंटबैटन जिहड़े उस वक्त के जिहड़े अखीरले भारत के वाइसरॉय सी, कहते उन्होंने पूछा कि असीं तुहानूं पावर ट्रांसफर करनी है, हुण क्योंकि असीं तां चले आ, ब्रिटिशर्स तां इत्थों चले आ, तो किवें करिए। उन्होंने अगों जाके पूछा सी राजागोपालाचार्य कोल, वो भी लीडर सी और तमिल दे कांग्रेस के तमिलनाडु तो बड़े तकड़े लीडर सी। कहते जी उन्होंने फिर पुछ के दस्सिया कि एक रिवाज आ जिहदे विच राजदंड या जिन्हों सैप्टर कहने आ ते या असीं कह दिंदे आ उहनूं संघोल, कहते वो दिता जाता। पर इन्होंने ये नहीं पता जिहड़ियां इन्होंने गल्लां बनाईयां, बहुत सारे अखबारां ने, बहुत सारे मीडिया ने उन्हां सारियां गल्लां नूं एक्सपोज करता कि ये इस तरह की गल, इहदे फैक्ट्स ही नहीं सामने आए, किसी तरह का इस तरह का प्रचलन नहीं सी। एक केवल तो केवल राजदंड उदों वरत्या जाता सी जदों इस तरह कहा जाता सी कि गॉड की या परमात्मा की कोई डिवाइन पावर किसी राजे नूं किसी तरह की कोई पावर दे रही है अपने आप नूं स्थापित करने लई। ते इत्थे गल असीं एक राजे ते प्रजा दे नहीं कर रहे, भारत दे लोग प्रजा नहीं आ, भारत दे लोग नागरिक ने, ते जिहड़ी पार्लीमेंट दे विच जिहड़े लोग बैठदे ने वो सरकार आ, वो राजे नहीं आ, राजाशाही असीं खत्म कर चुके हैं। ये सारिया चीज़ां जदों आईयां, इसे करके तुसीं देखो दुनिया भर का मीडिया ਉਹਦੇ ਵਿੱਚ इस घटना नूं लैके जिस तरह बाईकाट होया, जिस तरह कुड़ियां नूं कुੱਟਿਆ मारिया गया, जिस तरह उन्हां नूं इंसाफ नहीं मिलिया, इसकी सारे मीडिया ने, पूरे इंटरनेशनल मीडिया ने इसकी गल की है। द न्यूयॉर्क टाइम्स, मैं तुहानूं कुछ अखबारों के नाम दसदा, इस तरह ऑस्ट्रेलियन ब्रॉडकास्टिंग कॉरपोरेशन आ ABC, टाइम मैगजीन, द गार्डियन, अल जजीरा, इस तरह रॉयटर्स, साउथ चाइना मॉर्निंग पोस्ट आ, उन्होंने भी इस खबर नूं बड़े प्रोमिनेंटली छाया किया। BBC, इस तरह द डिप्लोमैट तो इस तरह दी टैलीग्राफ। इन्हां सारिया चीज़ों नूं जदों तुसीं देखदे हो तो फिर तुहानूं वाकई हैरानी हुंदी है कि प्रधानमंत्री नूं किसी तरह का कोई फिक्र नहीं सी, कोई उन्हां ते मन का असर नहीं होया कि इन्ना वड्डा इतिहासिक काम होण जा रहा
ਔਰ ਸਾਡੀਆਂ ਪੋਲੀਟੀਕਲ ਪਾਰਟੀ ਸਾਨੂੰ ਬਾਈਕਾਟ ਕਰ ਰਹੀਆਂ, ਤੇ ਉਹਨਾਂ ਦੀ ਮੰਗ ਕੋਈ ਗੈਰ ਵਾजिब नहीं सी। और ये पहला बाइकाट नहीं होया उस तो पहला, क्योंकि ये तो 28 मई नहीं सी, बीते कल सी। इस तो पहला 27 मई नूं नीति आयोग की एक बैठक हुई सी, ਉਹਦੇ ਵਿੱਚ भी प्रधानमंत्री नरेंद्र मोदी ਜਿਹੜੇ उस मीटिंग नूं चेयर करते हैं, ਉਹਨਾਂ ਦਾ ਬਾਈਕਾਟ ਹੋਇਆ और 10 ਮੁੱਖ ਮੰਤਰੀ ਸਟੇਟਸ ਦੇ ਉਸ ਨੀਤੀ ਆਯੋਗ ਦੇ ਮੀਟਿੰਗ ਦੇ ਵਿੱਚ ਨਹੀਂ ਆਏ। ਇਹ ਵੀ ਮੈਂ ਤੁਹਾਨੂੰ ਦੱਸਦਾ, ਇਹ 8ਵੀਂ ਗਵਰਨਿੰਗ ਕਾਉਂਸਲ ਮੀਟਿੰਗ ਸੀ। ਇਹਦੇ ਵਿੱਚ ਨਾ ਵੈਸਟ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਆਏ ਆ, ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, ਇਸੇ ਤਰ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕੇਸ਼ ਚੰਦਰਸ਼ੇਖਰ ਰਾਓ ਇਹ ਤੇਲੰਗਾਨਾ ਦੇ ਮੁੱਖ ਮੰਤਰੀ ਇਹ ਵੀ ਨਹੀਂ ਆਏ। ਇਸੇ ਤਰ੍ਹਾਂ ਪਿਨਰਾਈ ਵਿਜੈਨ ਕੇਰਲ ਦੇ ਮੁੱਖ ਮੰਤਰੀ ਨੇ, ਨਵੀਨ ਪਟਨਾਇਕ ਉੜੀਸਾ ਦੇ ਨੇ। ਵੈਸੇ ਉੜੀਸਾ ਦੇ ਮੁੱਖ ਮੰਤਰੀ ਤਾਂ ਭਾਰਤੀ ਜਨਤਾ ਪਾਰਟੀ ਦੇ ਜਾਂ ਐਨਡੀਏ ਦੇ ਨੇੜੇ ਨੇ, ਉਹ ਕਾਰਨ ਕੋਈ ਹੋਰ ਹੋ ਸਕਦਾ। ਅਰਵਿੰਦ ਕੇਜਰੀਵਾਲ, ਜਦੋਂ ਅਰਵਿੰਦ ਕੇਜਰੀਵਾਲ ਨਹੀਂ ਆਏ ਤੇ ਭਗਵੰਤ ਮਾਨ ਨੇ ਤਾਂ ਜਾਣਾ ਹੀ ਕੀ ਸੀ, ਕਿਉਂਕਿ ਇਹ ਤਾਂ ਇਨ ਬਿਨ ਉਹਨਾਂ ਨੂੰ ਫੋਲੋ ਕਰਦੇ ਨੇ। ਉਸ ਤੋਂ ਬਾਅਦ MK ਸਟਾਲਿਨ, ਇਹ ਤਾਮਿਲਨਾਡੂ ਦੇ ਮੁੱਖ ਮੰਤਰੀ, ਇਹਨਾਂ ਨੇ ਵੀ ਬਾਈਕਾਟ ਕੀਤਾ। ਤੇ ਮਨੀਪੁਰ, ਜਿੱਥੇ ਪਿਛਲੇ ਕਈ ਦਿਨਾਂ ਤੋਂ ਵਾਇਲੈਂਸ ਫੈਲੀ ਹੋਈ ਆ ਔਰ ਭਾਰਤੀ ਸਰਕਾਰ ਉਸ ਵਾਇਲੈਂਸ ਨੂੰ ਕੰਟਰੋਲ ਕਰਨ ਦੇ ਵਿੱਚ ਬਿਲਕੁਲ ਨਾਕਾਮਯਾਬ ਆ, ਉਹਨਾਂ ਦੇ ਮੁੱਖ ਮੰਤਰੀ ਨੇ N ਬੀਰੇਨ, ਉਹ ਵੀ ਨਹੀਂ ਆਏ। ਹੁਣ ਤੁਸੀਂ ਆਪ ਸਮਝ ਸਕਦੇ ਹੋ ਕਿ ਇਹ ਸਾਰਾ ਕੁਝ ਕਿਉਂ ਹੋਇਆ। ਰਵੀ ਸ਼ੰਕਰ ਪ੍ਰਸਾਦ ਨੇ, ਭਾਰਤੀ ਜਨਤਾ ਪਾਰਟੀ ਦੇ ਲੀਡਰ, ਉਹ ਕਹਿੰਦੇ ਜੀ ਤਾਂ ਨਹੀਂ ਆਏ ਕਿਉਂਕਿ ਇਹਨਾਂ ਨੂੰ ਸੂਬਿਆਂ ਦੀ ਫਿਕਰ ਨਹੀਂ ਹੈ। ਇਹ ਚਾਹੁੰਦੇ ਨਹੀਂ ਕਿ ਨੀਤੀ ਆਯੋਗ ਜਿਹੜਾ ਚਾਹੁੰਦਾ ਕਿ ਸਨ 2047 ਦੇ ਵਿੱਚ ਸੂਬਿਆਂ ਦੀ ਬਹੁਤ ਤਰੱਕੀ ਹੋ ਜੇ, ਇਹ ਚਾਹੁੰਦੇ ਨਹੀਂ, ਤਾਂ ਹੀ ਉਹ ਕਹਿੰਦੇ ਇਹ ਬਿਲਕੁਲ ਨਾਨ ਸੀਰੀਅਸ ਆ। ਪਰ ਰਵੀ ਸ਼ੰਕਰ ਪ੍ਰਸਾਦ ਨੂੰ ਕੋਈ ਪੁੱਛੇ ਕਿ ਜਿਹੜੇ ਚਾਹੁੰਦੇ ਨੇ, ਇੰਨੀ ਵਾਰੀ ਤੁਹਾਨੂੰ ਰੈਪਰੈਜ਼ੈਂਟੇਸ਼ਨ ਦਿੰਦੇ ਨੇ ਸੂਬੇ, ਮੁੱਖ ਮੰਤਰੀ ਆਉਂਦੇ ਨੇ, ਕੀ ਤੁਸੀਂ ਉਹਨਾਂ ਦੀ ਗੱਲ ਸੁਣਦੇ ਹੋ? ਕਿਉਂਕਿ ਤੁਹਾਡੇ ਜਿਹੜੇ ਲੀਡਰ ਨੇ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹ ਕੇਵਲ ਮਨ ਦੀ ਬਾਤ ਕਰਦੇ ਨੇ, ਆਪਣੀ ਗੱਲ ਕਰਦੇ ਨੇ, ਲੋਕਾਂ ਦੀ ਗੱਲ ਨਹੀਂ ਉਹ ਸੁਣਦੇ। ਸ਼ੁਭਦੀਪ ਸਿੰਘ ਸਿੱਧੂ, ਜਿਨ੍ਹਾਂ ਦਾ ਮੈਂ ਤੁਹਾਨੂੰ ਦੱਸਿਆ ਕਿ 29 ਮਈ ਨੂੰ ਕਤਲ ਹੋ ਜਾਂਦਾ ਔਰ ਉਸ ਦੀ ਜਾਂਚ ਪੰਜਾਬ ਪੁਲਿਸ ਕਰਦੀ ਆ, ਔਰ ਉਸ ਦੇ ਪੇਰੈਂਟਸ ਚਾਹੇ ਬਲਕੌਰ ਸਿੰਘ ਤੇ ਚਾਹੇ ਚਰਨ ਕੌਰ, ਉਹ ਮੈਨੂੰ ਨਹੀਂ ਲੱਗਦਾ ਕਿਸੇ ਪੋਲੀਟੀਸ਼ੀਅਨ ਨੂੰ ਨਾ ਮਿਲੇ ਹੋਣ। ਇੱਥੋਂ ਤੱਕ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ ਸੀ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਤੁਹਾਡੇ ਤੱਕ ਤਸਵੀਰਾਂ ਪਹੁੰਚੀਆਂ ਸੀ। ਇਸ ਤੋਂ ਇਲਾਵਾ ਪੁਲਿਸ ਦੇ ਸਾਰੇ ਅਫਸਰਾਂ ਨੂੰ, DGP ਤੋਂ ਲੈ ਕੇ ਥੱਲੇ ਤੱਕ ਜਿਨ੍ਹਾਂ ਨੂੰ ਉਹ ਮਿਲ ਸਕਦੇ ਸੀ, UK ਪਹੁੰਚ ਜਾਂਦੇ ਨੇ, ਕੈਨੇਡਾ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਪੰਜਾਬ ਅਸੈਂਬਲੀ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕਰਦੇ ਆ। ਤੁਹਾਨੂੰ ਯਾਦ ਹੋਣਾ ਕਿ ਇਨਸਾਫ ਸਾਨੂੰ ਦਿਵਾਓ। ਲੋਕ ਸਭਾ ਦੀ ਚੋਣ ਹੋ ਕੇ ਹਟੀ ਹੈ, ਜ਼ਿਮਨੀ ਚੋਣ ਜਲੰਧਰ ਦੀ, ਉੱਥੇ ਵੀ ਪ੍ਰਚਾਰ ਕੀਤਾ ਸੀ, ਪਰ ਇਨਸਾਫ ਕਿਤੇ ਉਹਨਾਂ ਨੂੰ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਦਰਅਸਲ ਜਿਹੜੀ ਜਾਂਚ ਸੀ ਪੰਜਾਬ ਪੁਲਿਸ ਦੀ, ਇਟ ਅਪੀਅਰਸ ਐਜ਼ ਇਫ ਇਟ ਹੈਜ਼ ਹਿਟ ਦੀ ਰੋਡ ਬਲੌਕ। ਇੱਕੋ ਦਮ ਜਿਵੇਂ ਅੱਗੇ ਨਹੀਂ ਵੱਧ ਰਹੀ, ਖੜੀ ਹੋ ਗਈ ਹੈ ਚੁੱਪਚਾਪ। ਹੁਣ ਤੁਸੀਂ ਦੇਖੋ ਲਾਰੈਂਸ ਬਿਸ਼ਨੋਈ ਨੂੰ ਸ਼ੁਭਦੀਪ ਸਿੰਘ ਸਿੱਧੂ ਦੀ ਜਿਹੜੀ ਹੱਤਿਆ ਹੋਈ ਹੈ ਜਾਂ ਕਤਲ ਹੋਇਆ, ਉਸ ਦਾ ਸਾਜ਼ਿਸ਼ ਘੜਤਾ ਦੱਸਿਆ ਜਾ ਰਿਹਾ ਨੇ ਕਿ ਮੇਨ ਸਾਜ਼ਿਸ਼ ਇਹਨੇ ਰਚੀ। ਔਰ ਉਸ ਵਿਅਕਤੀ ਨੂੰ ਜਿਸ ਤਰ੍ਹਾਂ ਰੱਖਿਆ ਜਾ ਰਿਹਾ, ਜੋ ਰੱਖ ਰਖਾਵ ਹੋਇਆ, ਔਰ ਇਹ ਮੈਂ ਗੱਲ ਨਹੀਂ ਕਹਿ ਰਿਹਾ, ਸ਼ੁਭਦੀਪ ਸਿੰਘ ਸਿੱਧੂ ਦੇ ਪਿਤਾ ਤੇ ਉਹਦੀ ਮਾਤਾ ਕਹਿ ਰਹੇ ਨੇ, ਕਹਿੰਦੇ ਜਿਸ ਤਰ੍ਹਾਂ ਇਹ ਸਾਰਾ ਕੁਝ ਪਿਛਲੇ ਦਿਨ ਦੇ ਵਿੱਚ ਇੰਟਰਵਿਊਜ਼ ਆਈਆਂ ਔਰ ਜਿਸ ਤਰ੍ਹਾਂ ਉਹਨਾਂ ਦੇ ਖੁਲਾਸੇ ਕੀਤੇ ਜਾ ਰਹੇ ਨੇ, ਇਹ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਲਾਰੈਂਸ ਬਿਸ਼ਨੋਈ ਦੇ ਥਾਂ ਤੇ ਸਾਰਾ ਕੁਝ ਪੰਜਾਬ ਪੁਲਿਸ ਆਪਣਾ ਕੁਝ ਦੱਸਣਾ ਚਾਹੁੰਦੀ ਆ ਔਰ ਇਸ ਜਾਂਚ ਨੂੰ ਭਟਕਾਉਣਾ ਚਾਹੁੰਦੀ ਆ, ਇੱਕ ਤਰ੍ਹਾਂ ਮਿਸਲੀਡ ਕਰਨਾ ਚਾਹੁੰਦੀ ਆ। ਕਈ ਤਰ੍ਹਾਂ ਦੇ ਉਹਨਾਂ ਦੇ ਸਵਾਲ ਨੇ, ਜਿਸ ਤਰ੍ਹਾਂ ਇਹ ਦੱਸੋ ਕਿ ਇਹ ਜਿਹੜੀ ਸਿਕਿਉਰਿਟੀ ਸੀ, ਇਹ ਕਿਹਦੇ ਕਹਿਣ ਤੇ ਸ਼ੁਭਦੀਪ ਸਿੰਘ ਸਿੱਧੂ ਦੀ ਹਟਾਈ ਗਈ? ਉਹ ਕਿਹੜਾ ਵਿਅਕਤੀ ਸੀ ਜਿਹਨੇ ਇਨਫੋਰਮੇਸ਼ਨ ਲੀਕ ਕੀਤੀ ਕਿ ਉਹਨਾਂ ਨੂੰ ਕਿੰਨੀ ਸਿਕਿਉਰਿਟੀ ਮਿਲੀ ਆ? ਇਸੇ ਤਰ੍ਹਾਂ ਇਹ ਵੀ ਦੱਸਿਆ ਜਾਵੇ ਕਿ ਲਾਰੈਂਸ ਬਿਸ਼ਨੋਈ ਨੂੰ ਜੋ VIP ਟ੍ਰੀਟਮੈਂਟ ਮਿਲ ਰਿਹਾ, ਜਿਸ ਤਰ੍ਹਾਂ ਉਹ TV ਚੈਨਲਸ ਤੇ ਜਾ ਕੇ ਇੰਟਰਵਿਊਜ਼ ਦੇ ਰਹੇ ਨੇ 14 ਮਾਰਚ ਤੇ 17 ਮਾਰਚ ਨੂੰ, ਉਹ ਕਿਹਦੇ ਕਹਿਣ ਤੇ ਹੋਇਆ? ਕਿਉਂ ਨਹੀਂ ਪੁਲਿਸ ਅੱਜ ਤੱਕ ਉਹਦਾ ਪਤਾ ਲਾ ਪਾਈ? ਇਸੇ ਤਰ੍ਹਾਂ ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਦੇ ਲਈ ਪੈਸਾ ਕਿਹਨੇ ਮੁਹੱਈਆ ਕਰਵਾਇਆ, ਹਥਿਆਰ ਕਿਹਨੇ ਪਹੁੰਚਾਏ, ਔਰ ਉਹ ਹਥਿਆਰ ਜਿਹੜੇ ਆ ਨਹੀਂ ਸਕਦੇ ਭਾਰਤ ਦੇ ਵਿੱਚ, ਉਹਨਾਂ ਦੇ ਨਾਲ ਕਤਲ ਹੁੰਦਾ ਤੇ ਫਿਰ ਇਹਦਾ ਜਵਾਬ ਕੌਣ ਦੇਊਗਾ? ਉਹ ਪੁਲਿਸ ਕੀ ਕਹਿ ਰਹੀ ਆ? ਕਹਿੰਦੇ ਜੀ ਦੇਖੋ 31 ਬੰਦੇ 31 ਨਾਮਜ਼ਦ ਸੀ, ਉਹਨਾਂ ਦੇ ਵਿੱਚੋਂ ਅਸੀਂ 25 ਫੜ ਲਏ ਆ ਤੇ 2 ਅਸੀਂ ਮਾਰਤੇ ਆ, ਜਿਹੜਾ ਇੱਕ ਪੁਲਿਸ ਇਨਕਾਊਂਟਰ ਹੋਇਆ ਸੀ, ਤੇ 4 ਭੱਜੇ ਹੋਏ ਨੇ। ਕੀ ਇੰਨਾ ਕਹਿਣ ਦੇ ਨਾਲ ਤੁਹਾਡਾ ਕੰਮ ਹੋ ਜਾਊਗਾ? ਤੁਸੀਂ ਦੇਖੋ ਇਹੀ ਪੁਲਿਸ ਜਿਹੜੀ ਕਹਿੰਦੀ ਆ ਕਿ ਅਸੀਂ ਬਹੁਤ ਐਫੀਸ਼ੀਐਂਟਲੀ ਕੰਮ ਕਰਦੇ ਆ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ, ਮੈਂ ਗੌਰਵ ਯਾਦਵ ਦੀ ਗੱਲ ਕਰ ਰਿਹਾ, ਆਫੀਸ਼ੀਏਟਿੰਗ DGP ਨੇ, ਇਹਨਾਂ ਨੇ 25 ਮਈ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ, ਵੀਰਵਾਰ ਵਾਲੇ ਦਿਨ। ਉਸ ਦਿਨ ਇਹਨਾਂ ਨੇ ਇਹ ਖੁਲਾਸਾ ਕੀਤਾ, ਕਹਿੰਦੇ ਦੇਖੋ ਜੀ ਪੁਲਿਸ ਨੇ
1,80,000 सिम कार्ड फड़ लए। सिम कार्ड ਜਿਹੜੇ ਆਪਾਂ ਮੋਬਾਈਲਸ ਦੇ ਵਿੱਚ ਯੂਜ਼ ਕਰਦੇ ਆ, ਕਹਿੰਦੇ ਜੀ ਉਹ ਫੜੇ ਨੇ ਕਿਵੇਂ, ਉਹ ਫੱਜ ਕੀਤੇ ਜਾਂਦੇ ਨੇ, ਡੁਪਲੀਕੇਟ ਨੇ, ਫੋਰਜ ਡਾਕੂਮੈਂਟ ਜਿਹੜੇ ਜਾਲੀ ਦਸਤਾਵੇਜ਼ ਪੇਸ਼ ਕਰਕੇ ਤੇ ਉਹਨਾਂ ਨੂੰ ਕਹਿੰਦੇ ਅਸੀਂ ਫੜਿਆ। 17 ਅਸੀਂ ਬੰਦੇ ਗ੍ਰਿਫਤਾਰ ਕਰ ਲਏ ਨੇ। ਤੇ ਇਹ ਸਾਰਾ ਕੁਝ ਕਮਾਲ ਦੀ ਗੱਲ ਆ ਕਿ ਇੱਕ ਪਾਸੇ ਤਾਂ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਪੁਲਿਸ ਦਾ ਕੰਮ ਕੇਵਲ ਸਿਮ ਫੜਨੇ ਰਹਿ ਗਏ ਆ। ਇਹ ਤਾਂ ਪੁਲਿਸ, ਇਹ ਕਿਹਨੂੰ ਨਹੀਂ ਪੁਲਿਸਿੰਗ ਪਤਾ ਕਿ ਤੁਹਾਡੇ ਅਫਸਰ ਕਿਤੋਂ ਵੀ ਬੈਠ ਕੇ ਕਿਸੇ ਵੀ ਮੋਬਾਈਲ ਦੀ ਕੰਪਨੀ ਨੂੰ ਚਿੱਠੀ ਲਿਖ ਕੇ ਇਹ ਦੱਸ ਸਕਦੇ ਆ ਕਿ ਇੰਨੇ ਮੋਬਾਈਲ ਫੋਨ ਜਾਂ ਆਹ ਫਲਾਣੇ ਸਿਮ ਸਾਨੂੰ ਪਤਾ ਲੱਗਾ, ਇਹਨਾਂ ਨੂੰ ਬੰਦ ਕਰ ਦਿਓ। ਇਹਦੇ 'ਚ ਕਿੱਡੀ ਕੁ ਵੱਡੀ ਤੁਹਾਡੀ ਜਿਹੜੀ ਮਹਾਰਤ ਜਿਹੜੀ ਆ ਸਾਹਮਣੇ ਆਈ ਹੈ ਜਾਂ ਤੁਹਾਡੀ ਐਫੀਸ਼ੀਐਂਸੀ ਸਾਹਮਣੇ ਆਈ ਹੈ। ਇਹ ਤਾਂ ਬੰਦ ਕਰਨੇ ਸੀ। ਔਰ ਇਹਦੇ ਵਿੱਚੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਸਿਮ ਹੋਣੇ ਜਿਹੜੇ ਲੋਕਾਂ ਨੇ ਖੁਦ ਛੱਡਤੇ ਹੋਣੇ ਆ, ਜਿਨ੍ਹਾਂ ਨੇ ਬਿੱਲ ਨਹੀਂ ਦਿੱਤੇ ਹੋਣੇ, ਜਿਨ੍ਹਾਂ ਨੇ ਡੁਪਲੀਕੇਟ ਲੈ ਲਏ ਹੋਣੇ ਆ, 3-3 4-4 5-5 ਸਾਰੇ ਲੈਂਦੇ ਆ। ਹਾਂ, ਤੁਹਾਡੀ ਗੱਲ ਤਾਂ ਪਤਾ ਲੱਗਦੀ ਜੇ ਤੁਸੀਂ ਇਹ ਦੱਸਦੇ ਕਿ ਇਹ ਸਿਮ ਫੜਨ ਦੇ ਨਾਲ ਜਿਹੜੇ ਤੁਸੀਂ 1,80,000 ਦੱਸ ਰਹੇ ਹੋ, ਕਿੰਨੇ ਕੁ ਤੁਸੀਂ ਗੈਂਗਸਟਰ ਫੜ ਲਏ, ਕਿੰਨੇ ਕੁ ਤੁਸੀਂ ਡਰੱਗ ਲਾਰਡ ਫੜ ਲਏ, ਫਿਰ ਤਾਂ ਪਤਾ ਵੀ ਲੱਗਦਾ। ਉਹ ਤਾਂ ਤੁਸੀਂ ਖੁਲਾਸੇ ਕੀਤੇ ਨਹੀਂ ਤੇ ਤੁਸੀਂ ਸਿਰਫ ਇੰਨਾ ਕਹਿਤਾ ਕਿ ਦੇਖੋ ਜੀ ਅਸੀਂ ਇਹ ਸਾਰੇ ਸਿਮ ਫੜ ਲਏ ਆ। ਹੁਣ ਤੁਹਾਨੂੰ ਮੈਂ ਦੱਸਦਾ ਕਿ ਜਿਹੜੇ ਹੋਰ ਨਾਮਜ਼ਦ ਹੋਏ ਨੇ, ਗੋਲਡੀ ਬਰਾੜ ਤੁਹਾਡੀ ਹਿਰਾਸਤ ਤੋਂ ਬਾਹਰ ਆ। ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ, ਬਲਕਿ ਪੰਜਾਬ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਅਸੀਂ ਤਾਂ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ। ਬਾਅਦ ਦੇ ਵਿੱਚ ਉਸ 'ਤੇ ਕੋਈ ਖੁਲਾਸਾ ਨਹੀਂ ਹੋਇਆ, ਕਹਿੰਦੇ ਕਿ ਸਾਡੇ ਤੋਂ ਡਿਟੇਲ ਮੰਗੀ ਗਈ ਸੀ। ਇੱਕ ਤਾਂ ਗੱਲ ਇਹ। ਦੂਸਰੇ ਪਾਸੇ ਅਨਮੋਲ ਬਿਸ਼ਨੋਈ, ਜਿਸ ਨੂੰ ਇੱਕ ਮੇਨ ਸਾਜ਼ਿਸ਼ ਘੜਤਾ ਉਹਨੂੰ ਵੀ ਮੰਨਦੇ ਆ, ਉਹ ਲਾਰੈਂਸ ਬਿਸ਼ਨੋਈ ਦਾ ਭਰਾ। ਪਰ 16 ਅਪ੍ਰੈਲ ਦੀ ਉਹਦੀ ਇੱਕ ਵੀਡੀਓ ਸਾਹਮਣੇ ਆਉਂਦੀ ਆ ਜਿਹੜੀ ਬੈਕਰਫੀਲਡ ਕੈਲੀਫੋਰਨੀਆ ਦੇ ਵਿੱਚ ਸ਼ੂਟ ਹੋਈ ਹੁੰਦੀ ਹੈ ਤੇ ਉਸ ਦੇ ਨਾਲ ਕਰਨ ਔਜਲਾ ਤੇ ਸ਼ੈਰੀ ਮਾਨ, ਇਹ ਦੋਨੇ ਗਾਇਕ ਨੇ, ਇਹ ਨੱਚਦੇ ਹੋਏ ਦਿਖਾਈ ਦਿੰਦੇ ਨੇ। ਤੇ ਤੁਹਾਨੂੰ ਯਾਦ ਹੋਣਾ ਉਹਦੇ ਪੇਰੈਂਟਸ ਇਹੀ ਤਾਂ ਗੱਲ ਕਹਿ ਰਹੇ ਆ ਕਿ ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਦੇ ਵਿੱਚ ਕੁਝ ਮਿਊਜ਼ਿਕ ਕੰਪਨੀਆਂ ਦਾ ਹੱਥ ਆ, ਕੁਝ ਗਾਇਕਾਂ ਦਾ ਹੱਥ ਆ। ਕੀ ਪੰਜਾਬ ਪੁਲਿਸ ਦੀ ਜਾਂਚ ਉਸ ਪਾਸੇ ਨੂੰ ਵੱਧ ਰਹੀ ਹੈ? ਸੋ ਕਹਿਣ ਦਾ ਭਾਵ ਸਿਰਫ ਇੰਨਾ ਹੀ ਆ ਕਿ ਸਿਰਫ ਗੱਲਾਂ ਕਰਨ ਦੇ ਨਾਲ ਜਾਂਚਾਂ ਅੱਗੇ ਨਹੀਂ ਵੱਧਦੀਆਂ ਹੁੰਦੀਆਂ। ਮੈਨੂੰ ਇਹ ਵੀ ਲੱਗਦਾ ਕਈ ਵਾਰੀ ਕਿ ਜਿਹੜੇ IPS ਅਫਸਰ ਆ ਉਹਨਾਂ ਨੂੰ ਦੁਬਾਰਾ ਮਸੂਰੀ ਭੇਜਿਆ ਜਾਣਾ ਚਾਹੀਦਾ ਤੇ ਜਿਹੜੇ PPS ਅਫਸਰ ਆ ਇਹਨਾਂ ਨੂੰ ਦੁਬਾਰਾ ਫਲੋਰ ਟ੍ਰੇਨਿੰਗ ਸੈਂਟਰ ਭੇਜੋ ਤਾਂ ਕਿ ਜਿਹੜੀ ਇਹਨਾਂ ਨੂੰ ਜਾਂਚ ਕਰਨ ਦਾ ਤਰੀਕਾ ਦੁਬਾਰਾ ਆਵੇ, ਘੱਟੋ ਘੱਟ ਇਹਨਾਂ ਦੀ ਟ੍ਰੇਨਿੰਗ ਦੁਬਾਰਾ ਹੋਵੇ। ਲੋਕਾਂ ਦੀ ਜਿਹੜੀਆਂ ਇੰਨੀਆਂ ਤਫਤੀਸ਼ਾਂ ਪਈਆਂ ਨੇ ਔਰ ਬੜੀਆਂ ਅਹਿਮ ਤਫਤੀਸ਼ਾਂ ਪਈਆਂ ਨੇ, ਉਹ ਕਿਸੇ ਸਿਰੇ ਲੱਗਣ, ਕਿਸੇ ਨਤੀਜੇ ਤੇ ਪਹੁੰਚਣ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।